ਤਾਂ ਅਸੀਂ ਪਹਿਲਾਂ ਤਾਂ ਇਹ ਦੇਖਣਾ ਹੈਗਾ ਕਿ ਜਿਹੜਾ ਬੁੱਧਿਜ਼ਮ ਦੇ ਵੀ ਸਰਕਮਸਟਾਂਸਿਸ ਨੇ ਉਹ 6ਵੀਂ ਸਦੀ ਤੋਂ ਨੇ। ਔਰ ਮਹਾਤਮਾ ਬੁੱਧ ਦਾ ਜਨਮ ਜਿਵੇਂ 567 ਈਸਾ ਪੂਰਵ ਤੋਂ ਮੰਨਿਆ ਜਾਂਦਾ ਹੈ, ਔਰ 487 ਈਸਾ ਪੂਰਵ ਦੇ ਵਿੱਚ ਉਹਨਾਂ ਦੀ ਸਰੀਰ ਨੂੰ ਛੱਡਣ ਦੀ ਜਿਹੜੀ ਹੈਗੀ ਹੈ ਉਹ ਮੰਨਿਆ ਜਾਂਦਾ ਹੈ, ਯਾਨੀ 80 ਈਅਰਸ ਦੀ ਉਹਨਾਂ ਦੀ ਏਜ ਮੰਨੀ ਜਾਂਦੀ ਹੈ। ਔਰ ਉਹਨਾਂ ਦੇ ਬਚਪਨ ਦਾ ਨਾਮ ਸਿਧਾਰਥ ਸੀਗਾ, ਅਤੇ ਅਸੀਂ ਉਹ ਫੈਮਿਲੀ ਬੈਕਗਰਾਊਂਡ ਵਗੈਰਾ ਸਾਰੀ ਪੜ੍ਹ ਸਕਦੇ ਹਾਂ। ਉਹਦੇ 'ਚ ਜ਼ਿਆਦਾ ਮੈਨੂੰ ਲੱਗਦਾ ਵੀ ਡਿਟੇਲ 'ਚ ਜਾਣ ਦੀ ਸਾਨੂੰ ਲੋੜ ਨਹੀਂ ਹੈ, ਲੇਕਿਨ ਕੁਝ ਚੀਜ਼ਾਂ ਸਾਨੂੰ ਜਿਹੜੀਆਂ ਹੈਗੀਆਂ ਉਹ ਸਮਝਣ ਦੀ ਲੋੜ ਹੈ ਕਿ ਜਿਹੜੇ ਮਹਾਤਮਾ ਬੁੱਧ ਹੈ ਯਾਨੀ ਸਿਧਾਰਥ ਹੈ, ਉਹਨਾਂ ਦਾ ਜਨਮ ਵੀ ਇੱਕ ਰਾਜ ਪਰਿਵਾਰ ਦੇ ਵਿੱਚ ਹੁੰਦਾ ਹੈ। ਠੀਕ ਹੈ, ਇਹਦੇ ਵਿੱਚ ਅਸੀਂ ਜਿਹੜੀ ਬੈਕਗਰਾਊਂਡ ਹੈ ਬੁੱਧਿਜ਼ਮ ਦੀ, ਜਿਹੜੀ ਲੋਕਲ ਸਮਾਜਿਕ ਬੈਕਗਰਾਊਂਡ ਹੈ, ਆਰਥਿਕ ਬੈਕਗਰਾਊਂਡ ਹੈ, ਰਾਜਨੀਤਿਕ ਬੈਕਗਰਾਊਂਡ ਹੈ, ਈਵਨ ਧਾਰਮਿਕ ਬੈਕਗਰਾਊਂਡ ਹੈ, ਉਹ ਬੇਟਾ 6ਵੀਂ ਸਦੀ ਦੇ ਵਿੱਚ ਉਹੀ ਹੈ ਜੋ 16 ਮਹਾਜਨਪਦ ਦੇ ਸਮੇਂ ਦੀ ਸਾਰੀ ਸਮਾਜਿਕ ਔਰ ਦੂਜੀਆਂ ਪ੍ਰਸਥਿਤੀਆਂ ਸੀ। ਇਸ ਕਰਕੇ ਅਸੀਂ ਉਸ ਨੂੰ ਇੱਥੇ ਰਿਪੀਟ ਨਹੀਂ ਕਰ ਰਹੇ। ਉਹ ਅਸੀਂ ਜੋ ਜੈਨਿਜ਼ਮ ਦੇ ਵੇਲੇ ਸਟੱਡੀ ਕੀਤੀਆਂ ਸੀਗੀਆਂ ਉਸੇ ਨੂੰ ਹੀ ਅਸੀਂ ਉਰੇ ਸਾਰੀਆਂ ਦੇਖ ਸਕਦੇ ਹਾਂ ਕਿ ਉਸ ਵੇਲੇ ਦੇ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਿਕ ਹਾਲਾਤ ਜੋ ਚੱਲਦੇ ਸਨ। ਅਤੇ ਜਦੋਂ ਅਸੀਂ ਹੁਣ ਬੁੱਧ ਧਰਮ ਨੂੰ ਦੇਖਣਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਸਿਧਾਰਥ ਹੈ ਉਹਨਾਂ ਦਾ ਜਨਮ ਇੱਕ ਰਾਜ ਪਰਿਵਾਰ ਦੇ ਵਿੱਚ ਹੁੰਦਾ ਹੈ, ਲੁੰਬੀਨੀ ਨਾਮਕ ਸਥਾਨ ਦੇ ਉੱਤੇ ਹੁੰਦਾ ਹੈ। ਲੁੰਬੀਨੀ ਅੱਜ ਕੱਲ੍ਹ ਨੇਪਾਲ ਦੇ ਵਿੱਚ ਹੈ, ਉਦੋਂ ਉਹ ਹਿੰਦੁਸਤਾਨ ਦਾ ਹੀ ਇੱਕ ਹਿੱਸਾ ਸੀ। ਤੋ ਆਮ ਤੌਰ ਦੇ ਉੱਤੇ ਇੱਕ ਪਰੰਪਰਾ ਹੈ, ਉਸ ਪਰੰਪਰਾ ਦੇ ਵਿੱਚ ਆਮ ਤੌਰ ਦੇ ਉੱਤੇ ਚੀਜ਼ਾਂ ਉਸ ਵੇਲੇ ਕਾਮਨ ਹੁੰਦੀਆਂ ਸੀਗੀਆਂ ਕਿ ਰਾਜ ਪਰਿਵਾਰਾਂ ਦੇ ਵਿੱਚ ਜਦੋਂ ਕੋਈ ਬੱਚੇ ਪੈਦਾ ਹੁੰਦੇ ਸੀਗੇ ਤਾਂ ਉਹ ਨੈਚੁਰਲੀ ਹੈ ਕਿ ਉਹਨਾਂ ਕੋਲ ਉਸ ਸਮੇਂ ਜਾਜ, ਜੋਤਸ਼ੀ, ਪੁਰੋਹਿਤ ਵਗੈਰਾ ਹੁੰਦੇ ਸੀਗੇ, ਅਤੇ ਪੁੱਛਦੇ ਸੀਗੇ ਵੀ ਇਹ ਕਿੱਦਾਂ ਦਾ ਬੱਚਾ ਹੋਏਗਾ। ਤਾਂ ਉਸ ਵੇਲੇ ਕਹਿੰਦੇ ਆ ਵੀ ਉਹਨਾਂ ਦੇ ਪਿਤਾ ਨੂੰ ਜਿਹੜਾ ਇਹ ਕਿਹਾ ਗਿਆ ਕਿ ਜਿਹੜਾ ਸਿਧਾਰਥ ਹੈਗਾ ਇਹ ਬਹੁਤ ਇੱਕ ਮਹਾਨ ਵਿਅਕਤੀ ਬਣੇਗਾ, ਜਾਂ ਤਾਂ ਇਹ ਮਹਾਨ ਸੰਤ ਬਣੇਗਾ ਅਤੇ ਜਾਂ ਮਹਾਨ ਰਾਜਾ ਬਣੇਗਾ। ਅਤੇ ਹੁਣ ਰਾਜਾ ਕਦੇ ਵੀ ਨਹੀਂ ਸੀ ਚਾਹੁੰਦਾ ਕਿ ਮੇਰਾ ਜਿਹੜਾ ਇੱਕੋ ਇੱਕ ਬੱਚਾ ਹੈਗਾ ਉਹ ਰਾਜਪਾਟ ਛੱਡ ਕੇ ਉਹ ਸੰਨਿਆਸੀ ਬਣ ਜਾਏ, ਸੰਤ ਬਣ ਜਾਏ ਅਤੇ ਮੇਰਾ ਵਾਰਸ ਕੋਈ ਨਾ ਹੋਵੇ। ਵਾਰਸ ਲਈ ਤਾਂ ਪੁੱਤਰ ਦੀ ਕਾਮਨਾ ਕੀਤੀ ਸੀ। ਔਰ ਕਹਿੰਦੇ ਕਿ ਬਚਪਨ ਦੇ ਵਿੱਚ ਉਹਨਾਂ ਦਾ ਜਿਹੜਾ ਸਾਰਾ ਜੀਵਨ ਹੈਗਾ ਉਹ ਬੜੀ ਤਪੱਸਿਆ ਉਹਦੇ ਨਾਲ, ਸੁੱਖ ਸੁਵਿਧਾ ਦੇ ਨਾਲ ਬੇਟਾ ਬੀਤਿਆ। ਉਹਨਾਂ ਨੂੰ ਹਰ ਤਰ੍ਹਾਂ ਦੀ ਕੰਫਰਟ ਜਿਹੜੀ ਹੈਗੀ ਆ ਉਹ ਦਿੱਤੀ ਗਈ। ਇਹ ਚੀਜ਼ਾਂ ਬੜੀਆਂ ਇੱਕ ਸਮਝਣ ਦੀ ਲੋੜ ਹੁੰਦੀ। ਅਸੀਂ ਆਮ ਤੌਰ ਦੇ ਉੱਤੇ ਉਹਨੂੰ ਸਟੋਰੀ ਦੇ ਵਿੱਚ ਪੜ੍ਹ ਲੈਂਦੇ ਹਾਂ, ਅਤੇ ਉਹ ਸਮਝਣ ਦੀ ਲੋੜ ਇਹ ਵੀ ਹੁੰਦੀ ਹੈ ਕਿਉਂਕਿ ਅਸੀਂ ਬਾਅਦ ਦੇ ਵਿੱਚ ਦੇਖਦੇ ਹਾਂ ਕਿ ਮਹਾਤਮਾ ਬੁੱਧ ਨੇ ਵੀ ਜਿਹੜਾ ਤਿਆਗ ਕੀਤਾ ਉਹਨੂੰ ਮਹਾਂ ਤਿਆਗ ਮੰਨਿਆ ਗਿਆ। ਅਤੇ ਤਿਆਗ ਕਿਸ ਚੀਜ਼ ਦਾ ਕਰੀਦਾ? ਜਿਹੜਾ ਤਿਆਗ ਅਸੀਂ ਉਸ ਚੀਜ਼ ਨੂੰ ਮੰਨਦੇ ਹਾਂ ਜੋ ਚੀਜ਼ ਤੁਹਾਡੇ ਕੋਲ ਹੈਗੀ ਹੈ, ਜੋ ਚੀਜ਼ ਤੁਸੀਂ ਹਾਸਿਲ ਕਰ ਸਕਦੇ ਹੋ। ਮੰਨ ਲਓ ਮੈਨੂੰ ਕੀ ਕਹੇ ਜੀ ਮੈਂ ਤਾਂ ਕਿਸੇ ਮਤਲਬ ਕਿ ਅਫਰੀਕਾ ਦਾ ਦਾਨ ਕਰਤਾ, ਉਹ ਵੀ ਅਫਰੀਕਾ ਮੇਰਾ ਸੀਗਾ ਹੀ ਨਹੀਂ, ਅਤੇ ਮੈਂ ਦਾਨ ਕੀ ਕਰਨਾ ਸੀ। ਅਤੇ ਦੂਜਾ ਹੁੰਦਾ ਕਿ ਤਿਆਗ ਉਸ ਚੀਜ਼ ਦਾ ਹੁੰਦਾ ਜੋ ਤੁਹਾਡੇ ਲਈ, ਤੁਹਾਡੇ ਦਿਲ ਦੇ ਬੜੀ ਕਰੀਬ ਹੈ। ਜਿਹੜੀ ਚੀਜ਼ ਮੈਨੂੰ ਪਸੰਦ ਹੀ ਨਹੀਂ ਜਾਂ ਘੱਟ ਪਸੰਦ ਆ, ਅਗਰ ਮੈਂ ਛੱਡ ਵੀ ਦਿੱਤੀ, ਮੰਨ ਲਓ ਸਾਡੇ ਕੋਈ ਕੱਪੜੇ ਪੁਰਾਣੇ ਹੋ ਜਾਂਦੇ ਆ, ਅਸੀਂ ਉਹ ਦੇ ਦਿੰਦੇ ਹਾਂ, ਤਾਂ ਉਹ ਕੋਈ ਤਿਆਗ ਨਹੀਂ ਹੈ। ਅਸੀਂ ਕਹਿੰਦੇ ਸੀ ਜ਼ਰੂਰਤਮੰਦ ਆਇਆ ਸੀ, ਮੈਂ ਉਹਨੂੰ ਦੇ ਦਿੱਤੀ, ਉਹ ਮੈਂ ਪਾਉਂਦਾ ਹੀ ਘੱਟ ਸੀ, ਮੇਰਾ ਪਹਿਲਾਂ ਹੀ ਮੈਂ ਪਾ ਚੁੱਕਾ ਸੀ। ਪਰ ਇਹ ਦੇਖੋ ਵੀ ਨਵਾਂ ਕੱਪੜਾ ਖਰੀਦ ਕੇ ਆਪਣੇ ਲਈ ਖਰੀਦਿਆ ਹੋਵੇ, ਸਪੈਸ਼ਲ ਆਪਣੇ ਲਈ ਸਪੈਸ਼ਲ ਬਣਵਾਇਆ ਹੋਵੇ ਬੜੀ ਚਾਹ ਦੇ ਨਾਲ, ਉਹ ਅਸੀਂ ਕਿਤੇ ਬਿਨਾਂ ਪਾਏ ਕਿਸੇ ਨੂੰ ਦਾਨ ਦਿੰਦੇ ਹਾਂ। ਤਾਂ ਤਿਆਗ ਤਾਂ ਉਸ ਚੀਜ਼ ਦਾ ਹੈ ਨਾ ਕਿ ਆਹ ਚੀਜ਼ ਮੇਰੇ ਇੰਨੀ ਦਿਲ ਦੇ ਕਰੀਬ ਸੀ ਅਤੇ ਮੈਂ ਇਹ ਛੱਡ ਦਿੱਤੀ। ਤਾਂ ਇਸ ਚੀਜ਼ ਨੂੰ ਅਸੀਂ ਬਾਅਦ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਾਂਗੇ। ਤਾਂ ਬੜਾ ਬਚਪਨ 'ਚ ਬੀਤਿਆ, ਅਤੇ ਆਮ ਤੌਰ ਦੇ ਉੱਤੇ ਹੁੰਦਾ ਵੀ ਵਿਅਕਤੀ ਨੇ ਅਗਰ ਗ੍ਰਸਤ ਜੀਵਨ ਦੇ ਵਿੱਚ ਹੈ ਤਾਂ ਸੰਸਾਰ ਦੀ ਚੀਜ਼ਾਂ ਦੇ ਵਿੱਚ ਗ੍ਰਸਤ ਰਹਿੰਦਾ ਔਰ ਸੰਸਾਰਿਕ ਤੌਰ ਤਰੀਕਿਆਂ ਨੂੰ ਅਪਣਾਉਂਦਾ, ਅਤੇ ਉਹ ਤਿਆਗ ਦੇ ਵਾਲੇ ਪਾਸੇ ਨਹੀਂ ਜਾ ਸਕਦਾ ਕਿਉਂਕਿ ਸੰਸਾਰ 'ਚ ਰਹਿਣ ਦੇ ਲਈ ਇੰਦਰੀਆਂ ਦੇ ਅਨੁਸਾਰ ਹੀ ਤੁਹਾਨੂੰ ਚੱਲਣਾ ਪੈਂਦਾ। ਔਰ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਇੰਦਰੀਆਂ ਨੂੰ ਉੱਤੇ ਕੰਟਰੋਲ ਕਰਦੇ ਹੋਏ ਵੀ ਸੰਸਾਰ ਦੇ ਵਿੱਚ ਰਹਿੰਦੇ। ਦੇ ਆਰ ਵੈਰੀ ਰੇਅਰ ਪੀਪਲ, ਬਟ ਕਾਮਨਲੀ ਨਹੀਂ ਹੁੰਦੇ। ਤਾਂ ਉਹ ਸੁੱਖ ਸੁਵਿਧਾਵਾਂ ਯਾਨੀ ਇੰਨੀਆਂ ਮਿਲੀਆਂ ਕਿ ਆਮ ਕਿਹਾ ਜਾਂਦਾ ਹੈ ਕਿ ਸਿਧਾਰਥ ਨੂੰ ਆਪਣੇ ਜੀਵਨ 'ਚ ਕਦੇ ਕੋਈ ਕਸ਼ਟ ਦੇਖਿਆ ਹੀ ਨਹੀਂ, ਯਾਨੀ ਕਸ਼ਟ ਆਉਣ ਤੋਂ ਪਹਿਲਾਂ ਹੀ ਉਸ ਦਾ ਨਿਵਾਰਨ ਕਰ ਦਿੱਤਾ ਜਾਂਦਾ ਸੀ। ਸ਼ਾਦੀ ਵੀ ਹੋਈ, ਸ਼ਾਦੀ ਤੋਂ ਬਾਅਦ ਬੇਟਾ ਤੱਕ ਵੀ ਹੋਏ, ਪਰ ਲੇਕਿਨ ਜੋ ਉਸ ਤੋਂ ਬਾਅਦ ਕਹਿੰਦੇ ਵੀ ਪਰਿਸਥਿਤੀਆਂ ਬਣੀਆਂ ਤਾਂ ਉਹਨਾਂ ਦੇ ਸਾਹਮਣੇ 4 ਸੀਨਸ ਆਏ, 4 ਉਹਨਾਂ ਨੂੰ ਕਹਿੰਦੇ ਦ੍ਰਿਸ਼। ਉਹ 4 ਸੀਨਸ ਕੀ ਆਉਂਦੇ ਨੇ ਜਿਹਨੂੰ 4 ਬਾਅਦ ਦੇ ਵਿੱਚ ਅਸੀਂ ਉਹਨਾਂ ਦੀਆਂ ਸਿੱਖਿਆਵਾਂ 'ਚ 4 ਮਹਾਨ ਸੱਤਿਆ ਕਹਿ ਕੇ ਵੀ ਅਲੱਗ ਤੌਰ ਦੇ ਉੱਤੇ ਦੇਖਾਂਗੇ। ਉਹ 4 ਸੀਨਸ ਕੀ ਆਉਂਦੇ ਆ ਕਿ ਉਹ ਇੱਕ ਬਿਮਾਰ ਵਿਅਕਤੀ ਨੂੰ ਦੇਖਦੇ ਆ, ਉਹ ਬੜਾ ਪਰੇਸ਼ਾਨ ਹੋ ਜਾਂਦੇ ਕਿ ਬੰਦਾ ਬਿਮਾਰੀ ਦੇ ਵਿੱਚ ਇੰਨੀ ਤਕਲੀਫ 'ਚ ਹੁੰਦਾ, ਇੰਨਾ ਤਕਲੀਫ ਬੰਦੇ ਨੂੰ ਸਹਿਣੀ ਪੈਂਦੀ ਹੈ। ਜਿਵੇਂ ਅਸੀਂ ਵੀ ਬੇਟਾ ਜਦੋਂ ਕਿਸੇ ਬਿਮਾਰ ਦੀ ਕਈ ਵਾਰੀ ਖਬਰ ਲੈਣ ਜਾਂਦੇ ਹਾਂ ਤਾਂ ਸਾਡਾ ਮਨ ਉਦਾਸ ਹੋ ਜਾਂਦਾ, ਹਾਲਾਂਕਿ ਕਸ਼ਟ ਸਾਨੂੰ ਨਹੀਂ ਹੁੰਦਾ ਪਰ ਮਾਨਸਿਕ ਤੌਰ 'ਤੇ ਅਸੀਂ ਪਰੇਸ਼ਾਨ ਹੋ ਜਾਂਦੇ। ਦੂਸਰਾ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਦੇਖਿਆ ਕਿ ਇੱਕ ਕੋਈ ਬੁੜਾ ਵਿਅਕਤੀ ਜਾ ਰਿਹਾ। ਹੁਣ ਇਹ ਤਾਂ ਹੈ ਨਹੀਂ ਗਾ ਵੀ ਇੰਨੀ ਉਮਰ ਤੱਕ ਸਿਧਾਰਥ ਨੇ ਕਦੇ ਕੋਈ ਬੁੜਾ ਬੰਦਾ ਹੀ ਨਾ ਦੇਖਿਆ ਹੋਵੇ। ਘਰ ਦੇ ਵਿੱਚ ਬਾਪ ਵੀ ਤਾਂ ਸੀਗਾ,
ਇਹ ਤਾਂ ਪੋਸੀਬਲ ਨਹੀਂ ਨਾ ਵੀ ਬੁੜੇ ਬੰਦਿਆਂ ਨੂੰ ਸਾਈਡ ਤੇ ਹੀ ਕਰ ਦਿੱਤਾ ਗਿਆ ਹੋਊਗਾ। ਲੇਕਿਨ ਉਰੇ ਬੁੜੇ ਵਿਅਕਤੀ ਦਾ ਮਤਲਬ ਕੀ ਹੈ ਕਿ ਇੱਕ ਇੰਨਾ ਜ਼ਿਆਦਾ ਬਜ਼ੁਰਗ ਵਿਅਕਤੀ ਜਿਹਦੇ ਲਈ ਚੱਲਣਾ ਔਖਾ ਹੈ, ਪਿੱਠ ਝੁੱਕ ਗਈ ਹੈ, ਸੋਟੀ ਹੈ ਦਾ ਸਹਾਰੇ ਚੱਲਦਾ, ਝੁਰੀਆਂ ਪੈ ਗਈਆਂ ਨੇ। ਉਹਨੇ ਸਵਾਲ ਕਿ ਮਤਲਬ ਕਿ ਉਹਦੀ ਸਟੋਰੀ ਤਾਂ ਇਸ ਤਰੀਕੇ ਨਾਲ ਚੱਲਦੀ ਹੈ ਕਿ ਉਹ ਪੁੱਛਦੇ ਆਪਣੇ ਉਸ ਸੰਜੇ ਨੂੰ ਵੀ ਇਹ ਕੌਣ ਹੈ, ਤੇ ਉਹ ਐਕਸਪਲੇਨ ਕਰਦਾ ਕਿ ਬੁੜਾ ਵਿਅਕਤੀ ਹੈ, ਜੀਵਨ ਦੀ ਜਵਾਨੀ ਦੀ ਅਗਲੀ ਸਟੇਜ ਹੈ। ਉਹ ਇੱਦਾਂ ਐਕਸਪਲੇਨ ਕਰਦਾ ਵੀ ਇਹ ਜਵਾਨ, ਤੇ ਉਹ ਸਵਾਲ ਸਿਧਾਰਥ ਦੇ ਮਨ 'ਚ ਖੜੇ ਹੋਣੇ ਸ਼ੁਰੂ ਹੋ ਗਏ ਕਿ ਦੁੱਖ ਆਉਂਦਾ ਕਿਉਂ ਹੈ, ਇਹ ਤਕਲੀਫ ਆਉਂਦੀ ਕਿਉਂ ਹੈ। ਸਾਡੇ ਮਨਾਂ 'ਚ ਵੀ ਆਉਂਦੇ ਜਦੋਂ ਸਾਨੂੰ ਕੋਈ ਦੁੱਖ ਤਕਲੀਫ ਆਉਂਦਾ ਹੈ। ਇਹ ਸਵਾਲ ਸਿਧਾਰਥ ਦੇ ਮਨ ਦੇ ਵਿੱਚ ਵੀ ਆਇਆ। ਇੱਦਾਂ ਜਦੋਂ ਬੁੜਾ ਵਿਅਕਤੀ ਦੇਖਿਆ ਤੇ ਉਹਨੇ ਕਿਹਾ ਵੀ ਇਹ ਕੀ ਬਣ ਜਾਂਦਾ ਹੈ, ਵੀ ਇੱਕ ਪਾਸੇ ਮੈਂ ਜਵਾਨੀ 'ਚ ਪੂਰੇ ਐਸ਼ੋ ਆਰਾਮ ਸਭ ਕੁਝ ਇੰਜੋਏ ਕਰਦਾ ਹੋਇਆ ਚੱਲਿਆ ਜਾ ਰਿਹਾ, ਐਂਡ ਔਨ ਦੈਟ ਸਾਈਡ ਮੇਰਾ ਅੰਤ ਇਹ ਹੋਣਾ ਹੈ ਕਿ ਆਈ ਵਿਲ ਨੋਟ ਬੀ ਏਬਲ ਟੂ ਵਾਕ। ਮੇਰੇ ਚਿਹਰੇ ਦੀ ਸਾਰੀ ਬਨਾਵਟ, ਉਹਦੀ ਸਜਾਵਟ, ਉਹਦੀ ਜਿਹੜੀ ਰੂਪ ਰੇਖਾ ਉਹ ਇਹ ਹੋ ਜਾਏਗੀ, ਝੁਰੀਆਂ ਨਾਲ ਭਰ ਜਾਏਗੀ। ਫਿਰ ਕਹਿੰਦੇ ਕਿ ਤੀਜਾ ਸੀਨ ਦਿਖਾਈ ਦਿੱਤਾ ਇੱਕ ਡੈਡ ਬੋਡੀ ਦਾ। ਉਹ ਕਹਿੰਦੇ ਕਿ ਨਾਓ ਦਾ ਪਰਸਨ ਦੀ ਜਿਹੜੀ ਸਰੀਰ ਹੈ ਉਹ ਖਤਮ ਹੀ ਹੋ ਚੁੱਕਾ ਹੈ, ਇਟਸ ਅ ਡੈਡ ਨਾਓ। ਡੈਡ ਵੁੱਡ ਹੈ, ਇੱਕ ਲੱਕੜ ਹੈ, ਲੱਕੜ ਜਿਵੇਂ ਬੇਕਾਰ ਹੋ ਜਾਂਦੀ ਹੈ, ਨਿਰਜੀਵ ਹੋ ਜਾਂਦੀ ਹੈ, ਉਸ ਨੂੰ ਅੱਗ ਦੇ ਸਪੁਰਦ ਕਰ ਦਿੱਤਾ ਜਾਂਦਾ ਜਾਂ ਦਫਨਾ ਦਿੱਤਾ ਜਾਂਦਾ, ਜੋ ਵੀ ਕਰ ਦਿੱਤਾ ਜਾਂਦਾ। ਉਹ ਕਹਿੰਦੇ ਕਿ ਨਾਓ ਦਾ ਪਰਸਨ ਡਜ਼ ਨੋਟ ਐਗਜ਼ਿਸਟ ਐਟ ਆਲ। ਇਹ ਸਵਾਲ ਉਹਦੇ ਮਨ ਦੇ ਵਿੱਚ ਬਹੁਤ ਭਾਰੀ ਪੈਣ ਲੱਗ ਗਏ ਕਿ ਇਹਦਾ ਮਤਲਬ ਫਿਰ ਇਹ ਮੈਂ ਤਕਲੀਫਾਂ ਤੋਂ, ਇਸ ਦਰਦ ਤੋਂ, ਇਸ ਬੇਚੈਨੀ ਤੋਂ ਛੁਟਕਾਰਾ ਕਿੱਦਾਂ ਹੋ ਸਕਦਾ। ਤੇ ਇਹ ਚੀਜ਼ਾਂ ਫਿਰ ਉਹਦੇ ਆਪਣੇ ਦਿਮਾਗ ਦੇ ਵਿੱਚ ਰਿਲੇਟ ਵੀ ਕੀਤੀਆਂ ਵੀ ਮੇਰਾ ਪੜਦਾਦਾ ਕਿੱਥੇ ਆ, ਮੇਰੇ ਪੜਦਾਦੇ ਦਾ ਫਾਦਰ ਕਿੱਥੇ ਹੈ। ਇਹਦਾ ਮਤਲਬ ਉਹ ਸਾਰੇ ਲੋਕ ਸਟੈਪ ਬਾਈ ਸਟੈਪ ਆਉਂਦੇ ਇੱਥੇ ਚਲੇ ਗਏ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮਨ ਦੇ ਵਿੱਚ ਆਈਆਂ ਹੋਣਗੀਆਂ ਵੀ ਫਲਾਨਾ ਬੰਦਾ ਮੇਰਾ ਵਾਕਫ ਸੀਗਾ, ਉਹ ਨਹੀਂ ਹੈਗਾ, ਉਹ ਮੈਨੂੰ ਹੁਣ ਅੱਜ ਕੱਲ੍ਹ ਨਹੀਂ ਮਿਲਦਾ। ਸੋ ਦੀਸ ਆਲ ਟਾਈਪ ਆਫ ਕੁਐਸਚਨ ਸਟਾਰਟਡ ਟਰਬਲਿੰਗ ਸਿਧਾਰਥ। ਤੇ ਫਿਰ ਕਹਿੰਦੇ ਵੀ ਉਹਨਾਂ ਨੂੰ ਇੱਕ ਚੌਥਾ ਬੰਦਾ ਮਿਲਿਆ। ਉਹ ਇੱਕ ਸੰਨਿਆਸੀ ਸੀ ਜਿਹੜਾ ਸੰਸਾਰ ਤੋਂ ਪਰੇ ਸੀ ਔਰ ਬੜਾ ਖੁਸ਼ਹਾਲ ਨਜ਼ਰ ਆਉਂਦਾ ਸੀਗਾ। ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਤੁਸੀਂ ਸਾਰੇ ਸੰਨਿਆਸੀ ਬਣ ਜਾਓ ਜਾਂ ਪ੍ਰਮੋਟ ਕਰਦੇ, ਹਾਲਾਂਕਿ ਵੇਵ ਚੱਲਦੀ ਹੈ, ਲਹਿਰ ਚੱਲਦੀ ਹੈ, ਚੱਲੀਆਂ ਵੀ ਔਰ ਬੁੱਧਿਜ਼ਮ ਦੇ ਦੌਰਾਨ ਵੀ ਚੱਲੀਆਂ। ਲੇਕਿਨ ਕਹਿਣ ਦਾ ਭਾਵ ਕੀ ਸੀਗਾ ਕਿ ਤੁਸੀਂ ਇਹ ਜੋ ਚੀਜ਼ਾਂ ਦਿਖਾਈ ਦੇ ਰਹੀਆਂ ਨੇ ਉਹ ਐਕਚੁਅਲੀ ਆਪਣੇ ਆਪ ਦੇ ਵਿੱਚ ਰੀਅਲ ਨਹੀਂ, ਅਸਲੀਅਤ ਨਹੀਂ। ਜੋ ਖੁਸ਼ੀ ਅਸੀਂ ਜਿਸ ਢੰਗ ਦੇ ਨਾਲ ਖੁਸ਼ੀ ਮਹਿਸੂਸ ਕਰ ਰਹੇ ਹਾਂ, ਜਿਸ ਸਮਾਜ ਵਿੱਚ ਅਸੀਂ, ਜਿਸ ਗ੍ਰਸਤ ਵਿੱਚ ਅਸੀਂ, ਜਿਸ ਢੰਗ ਔਰ ਤਰੀਕਿਆਂ 'ਚ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ, ਉਹ ਖੁਸ਼ੀਆਂ ਟੈਂਪਰੇਰੀ ਨੇ, ਅਸਥਾਈ ਨੇ, ਉਹ ਪਰਮਾਨੈਂਟ ਨਹੀਂ ਹੈਗੀਆਂ, ਉਹ ਮੋਮੈਂਟੈਰੀਲੀ ਨੇ। ਅੱਜ ਸਾਨੂੰ ਮਾੜੀ ਖੁਸ਼ੀ ਮਿਲੀ, ਮਾੜੀ ਜੀ ਕੋਈ ਚੋਟ ਲੱਗੀ ਤੇ ਨਾਲ ਹੀ ਅਸੀਂ ਤਕਲੀਫ 'ਚ ਪਹੁੰਚ ਗਏ। ਉਹ ਚੀਜ਼ਾਂ ਸਾਨੂੰ ਸਟੇਬਲ ਨਹੀਂ ਦੇ ਹੋਣ ਦੇ ਰਹੀਆਂ। ਉਹ ਪਰਮਾਨੈਂਟ ਖੁਸ਼ੀ ਸਿਧਾਰਥ ਨੇ ਲੱਭਣ ਦੀ ਕੋਸ਼ਿਸ਼ ਕੀਤੀ ਵੀ ਕਿਹੜੀ ਹੋ ਸਕਦੀ ਹੈ। ਕਿੱਦਾਂ ਮੈਂ ਆਪਣੀ ਖੁਸ਼ੀ ਤੋਂ ਬਿਲਕੁਲ ਖੁਸ਼ੀ ਦੇ ਵਿੱਚ ਹੀ, ਆਨੰਦ ਦੇ ਵਿੱਚ ਹੀ ਕੰਟੀਨਿਊਸਲੀ ਰਹਿ ਸਕਦਾ। ਜੇ ਮੈਨੂੰ ਕੋਈ ਤਕਲੀਫ ਆਈ ਤੇ ਤਾਂ ਵੀ ਮੈਨੂੰ ਤਕਲੀਫ ਮਹਿਸੂਸ ਨਾ ਹੋਵੇ। ਜਿਵੇਂ ਕਹਿੰਦੇ ਮਨ ਜੀਤੇ ਜਗ ਜੀਤ ਵਾਲੀ ਪ੍ਰਸਥਿਤੀ ਕਿਹੜੀ ਹੋ ਸਕਦੀ ਹੈ। ਉਹਨੇ ਇਹ ਦੇਖਿਆ ਕਿ ਇਸ ਬੰਦੇ ਦੇ ਵਿੱਚੋਂ ਮੈਨੂੰ ਸਕੂਨ ਨਜ਼ਰ ਆ ਰਿਹਾ ਹੈ। ਹੀ ਇਜ਼ ਹੈਪੀ ਇਨ ਐਵਰੀ ਮੂਮੈਂਟ। ਉਹਦੇ ਕੋਲ ਨਾ ਰਾਜ ਹੈ, ਨਾ ਪਾਠ ਹੈ, ਨਾ ਪੈਸਾ ਹੈ, ਨਾ ਦੌਲਤ ਹੈ, ਨਾ ਕੋਈ ਸਮਾਜ ਹੈ, ਨਾ ਪਰਿਵਾਰ ਹੈ, ਬਟ ਹੀ ਸਟਿਲ ਹੈਪੀ। ਉਹ ਖਾਲੀ ਇਹ ਨਹੀਂ ਸੀ ਵੀ ਜਿਹਦੇ ਕੋਲੇ ਸਾਰੀਆਂ ਚੀਜ਼ਾਂ ਨਹੀਂ ਉਹ ਖੁਸ਼ ਹੋਏਗਾ, ਨਹੀਂ। ਉਹ ਮਾਨਸਿਕ ਅਵਸਥਾ ਕਿਹੜੀ ਸੀ ਵੀ ਜਿਹਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਖੁਸ਼ੀ 'ਚ ਰਹਿ ਨਾ ਸਕ ਗਿਆ। ਨਹੀਂ ਤਾਂ ਸਾਰੇ ਬੰਦੇ ਕਹਿਣ ਵੀ ਅਸੀਂ ਘਰ-ਬਾਰ ਛੱਡਤਾ ਤੇ ਸੁਖੀ ਰਵਾਂਗੇ, ਨਹੀਂ ਰਿਹਾ ਜਾਂਦਾ। ਉਹ ਬੰਦੇ ਭੱਜ ਜਾਂਦੇ ਘਰਾਂ ਨੂੰ ਵਾਪਸ। ਪਰ ਮਾਨਸਿਕ ਅਵਸਥਾ ਜਿਹਦੀ ਬਣ ਜਾਂਦੀ ਹੈ ਉਹ ਫਿਰ ਉਸ ਸਟੇਜ ਤੋਂ ਨੀਚੇ ਨਹੀਂ ਆਉਂਦਾ। ਪਰ ਉਸ ਮਾਨਸਿਕ ਅਵਸਥਾ 'ਤੇ ਪਹੁੰਚਣਾ ਹੀ ਸਭ ਤੋਂ ਮੁਸ਼ਕਲ ਕੰਮ ਹੈਗਾ। ਇਹ ਸਵਾਲ ਸਿਧਾਰਥ ਦੇ ਮਨ ਦੇ ਵਿੱਚ ਬੇਟਾ ਉੱਭਰਨੇ ਸਟਾਰਟ ਹੋਏ ਔਰ ਕਹਿੰਦੇ ਕਿ ਇੱਕ ਦਿਨ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਇਸ ਸੱਚ ਦੀ ਖੋਜ ਕਰਨੀ ਹੈ। ਔਰ ਉਹਨਾਂ ਨੇ ਰਾਤ ਨੂੰ ਕਹਿੰਦੇ ਆ ਕਿ ਸੁੱਤੇ ਪਏ ਆਪਣੇ ਘਰ ਦੇ ਵਿੱਚ ਆਪਣੀ ਪਤਨੀ, ਬੱਚੇ, ਰਾਹੁਲ, ਉਹਨਾਂ ਨੂੰ ਸਾਰਿਆਂ ਨੂੰ ਛੱਡ ਕੇ ਉਹ ਆਪਣੇ ਸੰਨਿਆਸ ਵਾਲੇ ਪਾਸੇ ਨੂੰ, ਜੰਗਲਾਂ ਵਾਲੇ ਪਾਸੇ ਨੂੰ ਤੁਰ ਗਏ ਸੱਚਾਈ ਦੀ ਖੋਜ ਲਈ। ਜੰਗਲ ਕਿਉਂ ਕਹਿੰਦੇ ਅਸੀਂ ਬੇਟਾ? ਜੰਗਲ ਦਾ ਮਤਲਬ ਇਹ ਨਹੀਂ ਕਿ ਤੁਸੀਂ ਜੰਗਲ 'ਚ ਜਾਣਾ ਹੈ। ਜੰਗਲ ਦਾ ਮਤਲਬ ਹੈ ਸਮਾਜ ਔਰ ਦੁਨਿਆਵੀ ਚੀਜ਼ਾਂ ਤੋਂ ਦੂਰ ਇਕਾਂਤ ਵਿੱਚ ਚਲਿਆ ਜਾਣਾ, ਜਿੱਥੇ ਤੁਹਾਨੂੰ ਇਹ ਚੀਜ਼ਾਂ ਦਿਖਾਈ ਨਾ ਦੇਣ, ਡਿਸਟਰਬ ਨਾ ਕਰਨ, ਮਾਨਸਿਕ ਤੌਰ 'ਤੇ ਰਹਿਣਗੀਆਂ ਲੇਕਿਨ ਹੌਲੀ ਹੌਲੀ ਤੁਹਾਡੇ ਮਾਨਸਿਕ ਤੌਰ ਤੋਂ ਵੀ ਨਿਕਲ ਜਾਣ, ਤਾਂ ਕਿ ਫਿਰ ਤੁਹਾਡਾ ਮਨ ਜੀਤੇ ਜਗਜੀਤ ਵਾਲੀ ਸਥਿਤੀ ਬਣ ਜਾਏ। ਮੇਰੇ ਸਾਹਮਣੇ ਟੈਲੀਵਿਜ਼ਨ ਚੱਲਦਾ ਹੋਵੇ, ਮੇਰੀ ਕੰਸਨਟ੍ਰੇਸ਼ਨ ਬਣ ਸਕਦੀ ਹੈ? ਨਹੀਂ ਬਣ ਸਕਦੀ। ਪਰ ਜਦੋਂ ਮੇਰਾ ਮਨ 'ਤੇ ਕੰਟਰੋਲ ਹੋ ਗਿਆ, ਫਿਰ ਭਾਵੇਂ ਡਰਮ ਵੱਜਣ, ਭਾਵੇਂ ਢੋਲ ਵੱਜਣ, ਫਿਰ ਮੈਨੂੰ ਕੋਈ ਪਰਵਾਹ ਨਹੀਂ ਹੋਣੀ।
पर जिन्नी देर तक मेरी वो स्टेज नहीं आई, मैं उस प्रैक्टिस च हाँ, उस तौर तरीके नूं सीखण दी कोशिश कर रहा, उन्नी देर तक मैं अपने आप नूं डिस्टर्ब करता रहूँगा। पर जदों मैं उस स्टेज ते पहुँच गया, फिर मेरे लिए वो चीज़ां मैटर नहीं करनगियां। तो ये चीज़ नूं समझना है कि पहले स्थिति दे विच ही सब कुछ नहीं हो जाता, उहदे लिए एक प्रोसैस, उस प्रक्रिया चों निकलना पैंदा है। तो महात्मा बुद्ध उस प्रोसैस नूं समझण लई, उस प्रक्रिया नूं समझण दे लई वो घरों छड्ड के चले गए। जदों घरों छड्ड के चले गए तो उन्होंने 2.5 साल तक, उस वेले जिहड़ी हैगी आ बेटा उन्हां दी उम्र 30 साल दी सी लगभग, कोई 35 साल दी कहंदे आ, तो वो लगभग उस वेले बेटा चले गए और लगभग 2.5 साल उन्होंने जिहड़ा हैगा इस तपस्या च बिताए, ਲੱਭਣ ਦੀ ਸੱਚਾਈ ਖੋਜ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਸ ਸੰਬੰਧ ਦੇ ਵਿੱਚ ਉਹਨਾਂ ਨੂੰ ਕਈ ਲੋਕ ਮਿਲੇ। ਉਹਨਾਂ ਦਾ ਇੱਕ ਹੋਰ ਚੇਲਾ ਜਿਹੜਾ ਬੜਾ ਪ੍ਰਸਿੱਧ ਹੋਇਆ ਆਨੰਦ, ਉਹ ਵੀ ਉਹਨਾਂ ਨੂੰ ਮਿਲਿਆ ਔਰ ਉਹ ਵੀ ਉਸ ਵੇਲੇ ਸੱਚ ਦੀ ਖੋਜ ਕਰ ਰਿਹਾ ਸੀ। ਆ ਕਹਿੰਦੇ ਵੀ ਆਪਸ 'ਚ ਗੱਲਬਾਤ ਹੋਈ, ਇਹਨਾਂ ਨੇ ਆਨੰਦ ਨੂੰ ਕਿਹਾ ਵੀ ਤੂੰ ਵੀ ਆਪਣੀ ਖੋਜ ਕਰ, ਮੈਂ ਵੀ ਕਰਦਾ। ਜਦੋਂ ਕਿਸੇ ਨੂੰ ਸੱਚ ਮਿਲ ਜਾਊਗਾ ਤੇ ਆਪਾਂ ਇੱਕ ਦੂਜੇ ਨੂੰ ਮਿਲਾਂਗੇ, ਅਗਰ ਦੁਬਾਰਾ ਤੇ ਫਿਰ ਗੱਲ ਸਾਂਝੀ ਕਰਾਂਗੇ। तो उस तो बाद च मिले भी और आनंद दे नाल जदों महात्मा बुद्ध ने अपनियां जो रियलाइजेशन सीगियां, जो उन्होंने अपने अंदरों सच कढ़िया सी, वो जदों शेयर किया तो आनंद उन्हों दा पहला शिष्य बनिया और उस तो बाद उन्हों दा उत्तराधिकारी भी बनिया। और 2.5 साल की तपस्या तो बाद बोध गया दे विच एक पेड़ के नीचे उत्थे जिहड़ा हैगा उन्हां नूं ज्ञान की प्राप्ति हुई। और इस करके गया बड़ा इंपोर्टेंट प्लेस जिहड़ा हैगा वो मन्निया जाता है। और लगभग उस तो बाद 42 साल तक उन्होंने बुद्ध अपन जिहड़ियां सिक्ख्यावां सीगियां, अपनियां जो रियलाइजेशन सीगियां, जो अपने एक्सपीरियंसिस सीगे, वो लोगों के नाल शेयर किए और बुद्ध धर्म की स्थापना हुई। और 80 साल की उम्र दे विच उन्होंने अपना जिहड़ा शरीर सीगा बेटा वो छड़ दिता। और इस तरीके दे नाल असीं महात्मा बुद्ध दे जीवन नूं देखना है और उसनूं अगों डिटेल दे विच जिहड़ी हैगी पढ़न की कोशिश करनी हैगी। तो जिस तरह असीं जैन धर्म दी सिक्ख्यावां पढ़ियां सी, उदां ही हुण असीं देखण की कोशिश करांगे कि महात्मा बुद्ध दीयां सिक्ख्यावां की ने। जिद्दां असीं उहदे च पहला पॉइंट बनाया सी त्रिरतन, तो महात्मा बुद्ध दीयां सिक्ख्यावां च असीं पहला पॉइंट की बनाने 4 महान सत्य कि जिंदगी दे 4 महान सच्चाइयां की ने। अज मैं सिर्फ यही पॉइंट कराना, बाकी कल करावांगे। वो बड़ियां तुहानूं मैं मैंशन अज कर दिंदा, एक्सप्लेन कल करांगे। वो पहला की है कि संसार दुखां दा घर है। तो नानक ने भी किया ना, की क्या, नानक दुखिया सब संसार, कि एवरीवेयर देयर इज पेन, दिस ह्यूमन बॉडी इज फुल ऑफ पेन। पर महात्मा बुद्ध फिर अगली गल की कहते हैं कि ये तकलीफ का कारण की है। वो कहते मनुख दियां इच्छावां, क्योंकि तकलीफ कदों हुंदी है, मैं आ सोचा सी मैनूं मिलिया नहीं, जां मैं आ चाहता सी ऐदां होया नहीं। मान लो मैं जिहड़ी चीज़ चाही नहीं वो अगर नहीं हुई तो मैनूं कदे तकलीफ नहीं हुंदी। वो कहंदे फिर इहदा हल की है। वो कहंदा भी इंद्रियां ते इच्छावां ते कंट्रोल कर लो, इच्छा ते काबू कर लो तो मैनूं तकलीफ नहीं हुंदी। पर वो कहंदे भी इच्छावां ते काबू करना ही तो सब तो औखा काम है। ਉਹਦੇ ਲਈ तरीका की है, ਉਹਦੇ ਲਈ ਉਹਨਾਂ ਨੇ ਕਿਹਾ मध्य मार्ग, अष्ट मार्ग। वो जिहड़े 8 पॉइंट्स ने वो बेटा फिर आप कल एक्सप्लेन करांगे नाल इन्हां 4 पॉइंट्स नूं, और उस तरीके नाल पढ़ांगे जिद्दां असीं जैनिज़म नूं पढ़िया है। राइट, ठीक है।